ਅੱਜ ਸਾਡੀ मीटिंग हुई है और कुछ अहम गल्लां आपस च डिस्कस कीतियां गईयां ने। कुछ यूथ दे नाल नौजवानों दे नाल संबंधित जिहड़े इशू ने उन्हां ते भी विचार वटांदरा होया है, चर्चा हुई है। मेन गल ये हैगी है कि जिथों तक अज दी मीटिंग का सवाल है कि असी ये फैसला किया है कि यूथ नूं हर पक्षों और हर वर्ग च, हर पासे, हर इवेंट च असी उन्हां नूं इनवॉल्व करना चाहुंदे हां, क्योंकि उन्हां दी एनर्जी चैनलाइज और एनर्जाइज जिहड़ा उन्हां नूं करना बड़ा जरूरी है। ड्रग्स बहुत अगे नालों जमीन आसमान का फर्क है, लेकिन हाले जड़ों खत्म करने वास्ते सानू उहदे वास्ते भी यूथ का सहारा, यूथ सर्विसेज का बहुत सानू जरूरत है। जिहड़ी कि असी गल कीती है कि असी उन्हां नूं दूर किवें रखना है। नौजवानों नूं असी खेड दे मैदान दे विच लियाउण दा प्रण कीता है। पिंडां दे विच जिहड़ियां साडीआं क्लबां ने उन्हां नूं असी होर एक्टिव और उन्हां दी जिहड़ी खेड दी रुचि है ਉਹਦੇ ਵਿੱਚ ਉਹਨਾਂ ਨੂੰ ਅਸੀਂ ਹੋਰ ਉਹਨਾਂ ਦੀ ਜੋ ਤੰਦਰੁਸਤੀ ਵਾਸਤੇ ਤੰਦਰੁਸਤ ਪੰਜਾਬ ਨੂੰ ਵੀ ਨਾਲ ਲੈ ਕੇ ਉਹਦੇ 'ਚ ਜਿਹੜੀਆਂ ਸਪੋਰਟਸ ਕਿਟਸ ਔਰ ਸਪੋਰਟਸ ਗਰਾਊਂਡਸ, ਪਲੇ ਗਰਾਊਂਡਸ ਉਹਨਾਂ ਦੀ ਸਥਾਪਨਾ ਕਰਨਾ ਔਰ ਨਾਲੇ ਜਿਹੜੇ ਨੌਜਵਾਨ ਬੱਚੇ ਨੇ ਸਾਡੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਲੱਬਾਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਡਿਜ਼ਾਸਟਰ ਮੈਨੇਜਮੈਂਟ ਦੇ ਲਈ ਜਾਗਰੂਕਤਾ ਕਰਨਾ, ਉਹ ਅੱਜ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਔਰ ਜਿਹੜੇ ਬੋਰਡ ਦੇ ਸਾਡੇ ਮੈਂਬਰਸ ਨੇ ਇਹ ਡਿਸਟ੍ਰਿਕਟ ਗ੍ਰੀਵੈਂਸਿਸ ਕਮੇਟੀਆਂ ਦੇ ਵਿੱਚ ਜਦੋਂ ਵੀ ਡੀਸੀ ਸਾਹਿਬ ਬੁਲਾਉਣਗੇ ਇਹ ਉਹਨਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰਨਗੇ ਔਰ ਜੋ ਨੌਜਵਾਨਾਂ ਦੇ ਮਸਲੇ ਨੇ ਜਾਂ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ उठाउणगे बिना किसी भेदभाव, बिना किसी मोटिव दे। ये असी यूथ नूं ट्रेनिंग असी देण वास्ते असी क्लबां दे विच इन्हां सारिआं नूं जिहड़े साडे मैंबर साहबान ने दे वुड बी गोइंग देयर। सो हाँ, कुछ क्लबां साडीआं बंद पईआं ने, ਉਹਦੇ वेरीअस रीजनस ने। किते पिंडां दे विच नौजवानां दे आपस धड़ेबंदियां भी हुंदियां ने, ਉਹਨਾਂ ਨੂੰ ਵੀ ਅਸੀਂ ਸ਼ੁਰੂਆਤ ਉਹਨਾਂ ਨੂੰ ਚੈਨਲਾਈਜ਼ ਕਰਨ ਦੀ ਵੀ ਅਸੀਂ ਜ਼ਿੰਮੇਵਾਰੀ ਜਿਹੜੀ ਅੱਜ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਸਾਹਿਬਾਨ 'ਤੇ ਲਗਾਈ ਹੈ, ਜਿਹੜੇ ਕਿ ਫੁੱਲ ਸਟਰੈਂਥ 'ਚ ਇੱਥੇ ਬੈਠੇ ਨੇ। ਔਰ ਮੈਨੂੰ ਉਮੀਦ ਹੈ ਕਿ ਇਹਨਾਂ ਦੀ ਮਿਹਨਤ ਦੇ ਨਾਲ ਅਸੀਂ ਆਉਣ ਵਾਲੇ ਸਮੇਂ 'ਚ, ਕਿਉਂਕਿ ਇਲੈਕਸ਼ਨ ਈਅਰ ਹੈ ਔਰ ਯੂਥ ਨੂੰ ਅਸੀਂ ਸਹੀ ਰਸਤੇ ਲਾ ਕੇ ਜੋ ਸੂਬੇ ਦੇ ਵਾਸਤੇ ਸਹੀ ਹੈ, जो लोगों के प्रति सही है, उस लाइन ते ला के असी आने वाले इलैक्शन की भी तैयारी असी नौजवानों के राही करांगे। ये साडा अज दा इस मीटिंग का एजेंडा सी। कोई सवाल हैगा तो पुछ लो। बिल्कुल, जिहड़े डिजर्विंग ने असी जिथे जिथे होएगा साड़ी पूरी कोशिश होएगी। देखो, सीटां दी अलॉटमेंट साड़ी पार्टी का एक सिस्टम है कि वो हाई कमांड, मुख्यमंत्री जी, PCC प्रधान उन्हां दे विच उन्हां दी जिहड़ी राय वो लई जाती है। लेकिन साडे वल्लों जिथे यूथ दे डिजर्विंग कैंडीडेट्स ने वो साड़ियां रिकमेंडेशन जरूर जाणगी। बिल्कुल, ਉਹਦੀ वजह है। देखो, ਜਿਹਦੀ ਜੜ ਕਈ ਸਾਲਾਂ ਦੀ ਲੱਗੀ ਹੋਵੇ, ਤੁਹਾਨੂੰ ਪਤਾ ਵੀ 4.5 ਸਾਲਾਂ ਵਿੱਚੋਂ 2 ਸਾਲ ਤਾਂ ਕੋਵਿਡ ਦੇ ਹੀ ਨਿਕਲ ਗਏ। this government has done against odd। ਜਿੰਨੀਆਂ ਮੁਸ਼ਕਲਾਤਾਂ ਇਸ ਸਰਕਾਰ ਨੂੰ ਆਈਆਂ ਨੇ ਮੈਂ ਕਦੀ ਪਹਿਲੀ ਕਿਸੇ ਸਰਕਾਰ 'ਚ ਨਹੀਂ ਦੇਖੀਆਂ। मैं भी ये सैकेंड गवर्नमेंट है जिहदे विच मैं गवर्नमेंट का मैंबर, अदरवाइज आई एम MLA सिंस लास्ट 20 ईयर्स। पर सरकारां नूं तां मैं देखदा ही रहा। पहली गल कि जिस वेले सरकार
ਅਸੀਂ ਬਣਾਈ 2017 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਸਾਡੇ ਕੋਲ ਸਾਡੀ ਫਾਈਨੈਂਸ਼ੀਅਲ ਹਾਲਤ ਬਹੁਤ ਪਤਲੀ ਸੀ। ਉਦੋਂ ਬਾਅਦ ਸਾਡੇ ਤੇ ਇੱਕਦਮ ਕੋਵਿਡ-19 ਦਾ ਪਹਾੜ ਟੁੱਟ ਗਿਆ, ਮਹਾਮਾਰੀ ਸ਼ੁਰੂ ਹੋ ਗਈ। ਉਹਦੇ ਤੋਂ 4-6 ਮਹੀਨੇ 'ਚ ਰਿਕਵਰੀ ਹੋਈ ਸੀ ਤੇ ਸੈਕੰਡ ਫੇਜ਼ ਸ਼ੁਰੂ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਟ ਵਾਜ਼ ਅਗੇਂਸਟ ਆਲ ਆਡਸ ਕਿ ਅਸੀਂ ਫਿਰ ਵੀ ਪੰਜਾਬ ਦੀ ਡਿਵੈਲਪਮੈਂਟ, ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਵਾਸਤੇ ਮੇਰਾ ਖਿਆਲ ਜਿੰਨੇ ਉਪਰਾਲੇ ਇਸ ਸਰਕਾਰ ਦੇ ਦਰਮਿਆਨ ਹੋਏ ਨੇ, ਪਹਿਲੀ ਸਰਕਾਰ ਜਾਂ ਉਦੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਐਸਾ ਕੰਮ ਨਹੀਂ ਹੋਇਆਗਾ। ਔਰ ਇੰਨੇ ਸਾਲਾਂ ਦੀ ਜਿਹੜੀ ਜੜ ਲੱਗੀ ਸੀਗੀ ਉਹਨੂੰ ਖਤਮ ਕਰਦਿਆਂ ਸਮਾਂ ਲੱਗਦਾ ਹੈ। ਅਸੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਡਰੱਗਸ ਦੇ ਨਾਲ ਰਿਲੇਟਡ ਬੰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੁਇੰਟਲਾਂ ਦੇ ਹਿਸਾਬ ਦੇ ਨਾਲ ਕੈਮੀਕਲ ਡਰੱਗਸ ਔਰ ਦੂਸਰੀਆਂ ਡਰੱਗਸ ਜਿਹੜੀਆਂ ਹੈਰੋਇਨ, ਚਰਸ, ਭੁੱਕੀ, ਡੋਡੇ, ਇਹ ਜਿਹੜੇ ਨੇ ਪਕੜ ਕੇ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ। ਸੋ ਆਈ ਥਿੰਕ ਵੀ ਹੈਵ ਕਵਰਡ ਅ ਲੋਟ but still there is a need to cover up. That is why I am saying that it is very important for us to bring the youth to the playground and ਉਹਨਾਂ ਦੀ ਜਿਹੜੀ એનર્ਜੀ ਹੈ ਉਹਨਾਂ ਨੂੰ ਅਸੀਂ ਚੈਨਲਾਈਜ਼ ਕਰੀਏ, ਉਹਨਾਂ ਨੂੰ ਸਹੀ ਰਸਤੇ ਲਾਈਏ ਤਾਂ ਕਿ ਉਹ ਇਸ ਬਿਮਾਰੀ ਤੋਂ, ਇਸ ਮਹਾਮਾਰੀ ਤੋਂ ਜਿਹੜੀ ਡਰੱਗਸ ਵਾਲੀ ਹੈ ਇਹਦੇ ਤੋਂ ਦੂਰ ਰਹਿਣ। ਮੈਂ ਇਹਨਾਂ ਨੂੰ ਚੋਣਾਂ 'ਚ ਨਹੀਂ ਸਰਗਰਮ ਕਰ ਰਿਹਾ ਕਿ ਇਹ ਕੰਮ ਐਸਾ ਕਰਨਗੇ ਕਿ ਜਿਹਦੇ ਨਾਲ ਪੰਜਾਬ ਦਾ ਯੂਥ ਆਟੋਮੈਟਿਕਲੀ ਸਰਗਰਮ ਹੋਏਗਾ। ਮੈਂ ਇਹ ਗੱਲ ਕਹਿ ਰਿਹਾ, ਜਦੋਂ ਇਹ ਯੂਥ ਕਲੱਬਸ ਨੂੰ ਜਾਂ ਹੋਰ ਯੂਥ ਨੂੰ ਇਹ ਇਨਸਪੀਰੇਸ਼ਨ ਕਰਨ ਦੇਣਗੇ ਤਾਂ ਨੈਚੁਰਲੀ ਉਹ ਜਿਹੜੇ ਯੂਥ ਜਿਹੜੇ ਪਿੰਡਾਂ 'ਚ ਬੈਠੇ ਨੇ, ਸ਼ਹਿਰਾਂ 'ਚ ਬੈਠੇ ਨੇ, ਦੇ ਵਿਲ ਬੀ ਪ੍ਰਪੇਅਰਡ, ਦੇ ਵੁੱਡ ਬੀ ਗਿਵਨ more information that they should come forward to vote for a right party, to vote for a right purpose, to vote for a right person। ਇਹ ਉਹਨਾਂ ਦਾ ਇੱਕ ਐਸੀ ਉਹਨਾਂ ਨੂੰ ਫੀਲਿੰਗ ਆਏਗੀ ਕਿਉਂਕਿ ਪੰਜਾਬ ਇਜ਼ ਅ ਯੰਗ ਸਟੇਟ, ਆਈ ਵੁੱਡ ਸੇ ਇੰਡੀਆ ਇਜ਼ ਅ ਯੰਗ ਸਟੇਟ। 70% ਤਾਂ ਸਾਡੇ ਇੰਡੀਅਨ ਜਿਹੜੇ 40 ਸਾਲ ਤੋਂ ਥੱਲੇ। ਸੋ ਯੂਥ ਨੂੰ ਜੇ ਅਸੀਂ ਐਨਰਜਾਈਜ਼ ਕਰਾਂਗੇ, ਦੇ ਵਿਲ ਆਟੋਮੈਟਿਕਲੀ ਰਿਅਲਾਈਜ਼ ਕਿ ਸਾਨੂੰ ਸਾਡੇ ਭਵਿੱਖ ਵਾਸਤੇ ਕੀ ਚੀਜ਼ ਚਾਹੀਦੀ ਹੈ। ਦੇ ਵੁੱਡ ਅੰਡਰਸਟੈਂਡ। ਅੱਜ ਦਾ ਯੂਥ ਜਿਹੜਾ ਹੈ ਉਹ ਪੁਰਾਣਾ ਯੂਥ ਨਹੀਂ ਹੈ, ਬਹੁਤ ਇੰਟੈਲੀਜੈਂਟ ਹੈ, ਉਹਨਾਂ ਨੂੰ ਐਕਸਪੋਜਰ ਹੈ, ਉਹਨਾਂ ਨੂੰ ਨੌਲੇਜ ਹੈ। ਅੱਜ ਇੱਥੇ ਬੈਠੇ ਹੁਣੇ ਤੁਸੀਂ ਕਿਸੇ ਨੂੰ ਗੱਲ ਕਰ ਲਓ, ਅਮਰੀਕਾ, ਕੈਨੇਡਾ, ਹਰ ਚੀਜ਼ ਉਹਦੇ ਟੈਲੀਫੋਨ 'ਤੇ। ਔਰ ਗਵਰਨਮੈਂਟ ਨੇ ਉਪਰਾਲਾ ਕੀਤਾ ਹੈ, ਅਸੀਂ ਲੱਖਾਂ ਦੀ ਤਾਦਾਦ ਦੇ ਵਿੱਚ ਟੈਲੀਫੋਨ ਵੰਡੇ ਨੇ ਔਰ ਅਸੀਂ ਹੋਰ ਵੀ ਵੰਡਾਂਗੇ। So this is also a great, effort from the government side ਕਿ ਜਿਹੜੇ ਅਸੀਂ ਨੌਜਵਾਨਾਂ ਨੂੰ ਟੈਲੀਫੋਨਸ ਦਿੱਤੇ ਨੇ ਤਾਂ ਕਿ ਉਹਨਾਂ ਦੀ ਨੌਲੇਜ, ਉਹਨਾਂ ਦੀ ਐਕਸਪੋਜਰ। ਮੇਰੀ ਗੱਲ ਨਹੀਂ ਸਮਝਦੇ। ਸ਼ੁਰੂਆਤ ਤਾਂ ਹੋਈ ਨਾ ਸਰਦਾਰ ਸਾਹਿਬ, ਨਹੀਂ ਸਰਕਾਰ ਖਤਮ ਹੋ ਗਈ, ਸਰਕਾਰ ਦੁਬਾਰਾ ਵੀ ਤਾਂ ਆਏਗੀ ਨਾ। ਤੁਸੀਂ ਅੱਜ ਇੱਕ ਮਿੰਟ ਮੇਰੀ ਗੱਲ ਸੁਣੋ, ਹਾਊ ਕੈਨ ਯੂ ਟੂਡੇ ਵਾਸ਼ ਆਊਟ ਕਿ ਕਾਂਗਰਸ ਗਵਰਨਮੈਂਟ ਨਹੀਂ ਆ ਸਕਦੀ? ਫਿਰ ਜੇ ਨਹੀਂ ਆ ਸਕਦੀ ਫਿਰ ਮੈਨੂੰ ਨਾ ਦੱਸੋ ਵੀ ਕਿਹੜੀ ਗਵਰਨਮੈਂਟ ਆ ਸਕਦੀ। ਇਹ ਤਾਂ ਨਾ ਕਰੋ ਵੀ ਕਾਂਗਰਸ ਨਹੀਂ ਆਏਗੀ, ਜਿਹੜੀ ਆਏਗੀ ਉਹ ਸਾਨੂੰ ਪਤਾ ਹੀ ਨਹੀਂ। We will keep on giving as long as youth is required। ਔਰ ਜਿਸ ਤਰ੍ਹਾਂ ਕਿ ਸਾਡੇ ਕੋਲ ਪੈਸਾ ਆਉਂਦਾ ਜਾਏਗਾ ਅਸੀਂ ਦਿੰਦੇ ਜਾਵਾਂਗੇ। ਰਾਣਾ ਸਾਹਿਬ ਜਿਹੜੇ 40 ਦੇ 45 ਲੱਖ ਵੀ ਹੋ ਸਕਦੇ ਨੇ। ਰਾਣਾ ਸਾਹਿਬ ਸਰ ਦੇ ਨਾਲ ਇੱਕ ਸਵਾਲ ਹੈ, 2017 ਦੇ ਇਲੈਕਸ਼ਨ ਸੀ, ਉਸ ਸਮੇਂ ਤੁਸੀਂ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਮੋਬਾਈਲ ਫੋਨ ਦੇਵਾਂਗੇ। ਬਕਾਇਦਾ ਤੌਰ ਤੇ ਇੱਕ ਫਾਰਮ ਜਨਰੇਟ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਸੀ ਕਿ ਵਿਅਕਤੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ ਔਰ ਪਲੱਸ 10th ਪਾਸ ਆਊਟ ਹੋਣਾ ਚਾਹੀਦਾ ਹੈ ਜਿਹੜਾ ਵੀ ਵਿਅਕਤੀ ਮੋਬਾਈਲ ਲੈਣਾ ਚਾਹੁੰਦਾ ਹੈ। ਉਹਦੇ ਬਦਲੇ ਤੁਸੀਂ ਇੱਕ ਕਾਰਡ ਜਾਰੀ ਕੀਤਾ ਸੀ ਜਿਸ ਦੇ ਉੱਪਰ ਇੱਕ ਸੀਰੀਅਲ ਨੰਬਰ ਸੀਗਾ। ਕੀ ਯੂਥ ਡਿਵੈਲਪਮੈਂਟ ਬੋਰਡ ਦੱਸ ਸਕਦਾ ਕਿ ਉਸ ਸੀਰੀਅਲ ਨੰਬਰ ਦੇ ਆਧਾਰ ਤੇ ਕਿੰਨੇ ਵਿਅਕਤੀਆਂ ਨੂੰ ਫੋਨ ਮਿਲੇ? ਜੋ ਮੇਰਾ ਅੰਦਾਜ਼ਾ ਮੈਨੂੰ ਲੱਗਦਾ ਇੱਕ ਵੀ ਨਹੀਂ ਹੋਣਾ ਉਸ ਸੀਰੀਅਲ ਨੰਬਰ ਦੇ ਅਕੋਰਡਿੰਗ। ਤੁਸੀਂ ਜਿਹੜੇ ਸੀਰੀਅਲ ਨੰਬਰ ਵਾਲੇ ਰਹਿ ਗਏ ਨੇ ਉਹਨਾਂ ਦੀ ਲਿਸਟ ਮੈਨੂੰ ਦੇ ਦਿਓ, ਅਸੀਂ ਪ੍ਰੋਵਾਈਡ ਕਰਦੇ ਹਾਂ। ਮੈਂ ਮੇਰਾ ਨੰਬਰ ਹੀ ਦੇ ਦਿੰਦਾ ਜੀ, ਮੈਨੂੰ ਦਿਓ ਪਹਿਲਾਂ। ਤੁਸੀਂ ਦੇਖੋ, ਤੁਸੀਂ ਰੋਜ਼ ਮੇਰੀ ਗੱਲ ਮੇਰੀ ਗੱਲ ਤੁਹਾਨੂੰ ਮੈਂ ਦੇ ਦਿਆਂਗਾ ਟੈਲੀਫੋਨ, ਵਾਅਦਾ ਹੋ ਗਿਆ।
'ਚ ਗਏ ਕਿਉਂ ਨਾ ਖਾੜੇ 'ਚ ਤੁਸੀਂ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ। ਚਲੋ ਉੱਧਰ ਮੈਂ ਜਾਂਦਾ ਨਹੀਂ ਕਿਉਂਕਿ ਕੈਪਟਨ ਸਾਹਿਬ ਕਹਿੰਦੇ 17 ਲੱਖ ਨੌਕਰੀਆਂ ਦੇ ਦਿੱਤੀਆਂ, ਮੰਨ ਲਈਆਂ, ਪਰ ਨਾਲ ਇਹ ਵੀ ਕਿਹਾ ਸੀ ਵੀ ਜਦੋਂ ਤੱਕ ਨੌਕਰੀਆਂ ਨਹੀਂ ਦੇਵਾਂਗੇ 2500 ਰੁਪਈਆ ਬੇਰੁਜ਼ਗਾਰੀ ਭੱਤਾ ਦੇਵਾਂਗੇ। ਉਹ ਕਦੋਂ ਦਊਗੇ? ਦੇਖੋ, ਜਿਹੜੀ ਇਹ ਭੱਤੇ ਵਾਲੀ ਗੱਲ ਹੈਗੀ, ਇਹ ਕੁਝ ਚੀਜ਼ਾਂ ਜਦੋਂ ਤੁਸੀਂ ਸਰਕਾਰ ਦੀ ਗੱਲ ਕਰਦੇ ਹੋ, ਸਰਕਾਰ ਹਮੇਸ਼ਾ ਸਰਕਾਰ ਦੀ ਨੀਅਤ ਦੇਖਣੀ ਚਾਹੀਦੀ ਹੈ, ਵਕਤ ਨਾ ਦੇਖੋ ਕਿ ਸਾਡੀ ਨੀਅਤ ਸਾਫ਼ ਹੈ। ਅਸੀਂ ਨੀਅਤ ਇਸ ਕਰਕੇ ਸਾਫ਼ ਹੈ ਕਿ ਅਸੀਂ ਉਪਰਾਲੇ ਕਰ ਰਹੇ ਹਾਂ। ਕਈ ਸਰਕਾਰਾਂ ਇਹ ਜਿਹੀਆਂ ਵੀ ਆਉਂਦੀਆਂ ਜਿਹੜੇ ਉਪਰਾਲੇ ਕਰਦੀਆਂ ਹੀ ਨਹੀਂ। ਅਸੀਂ ਤਾਂ ਆਪਦੇ ਮੈਨੀਫੈਸਟੋ ਦੇ ਪਿੱਛੇ ਅਸੀਂ ਮੁੜ ਕੇ ਵੇਖਦੇ ਹਾਂ, ਲੋਕ ਤਾਂ ਮੈਨੀਫੈਸਟੋ ਕਹਿ ਕੇ ਜੁਮਲੇ ਬਣਾ ਦਿੰਦੇ ਨੇ। ਮੋਦੀ ਸਾਹਿਬ ਨੇ ਵੀ ਕਹਿਤਾ ਸੀਗਾ ਵੀ ਹਰ ਇੱਕ ਕੇ ਅਕਾਊਂਟ में इतना इतना पैसा चढ़ जाएगा। ਤੁਸੀਂ ਨਹੀਂ ਮੇਰੀ ਗੱਲ ਸੁਣੋ, ਉਹਨਾਂ ਦਾ ਤਾਂ ਜੁਮਲਾ ਗਿਣ ਲਿਆ, ਲੇਕਿਨ ਸਾਡਾ ਅਸੀਂ ਕਰਜ਼ੇ ਦੀ ਗੱਲ ਕੀਤੀ ਸੀ। ਅਸੀਂ ਕਿਹਾ ਕਰਜ਼ਾ ਮਾਫ ਕਰਾਂਗੇ, ਕਰੈਕਟ। ਤੁਸੀਂ ਕਹਿ ਰਹੇ ਹੋ ਅੱਜ ਆਪੋਜੀਸ਼ਨ ਪਾਰਟੀ ਜਾਂ ਕੋਈ ਹੋਰ ਕ੍ਰਿਟਿਕਸ ਜਿਹੜੇ ਹੁੰਦੇ ਗਵਰਨਮੈਂਟ 'ਚ ਹੁੰਦੇ ਨੇ, ਮੀਡੀਆ ਕਹਿ ਲਓ ਜਾਂ ਹੋਰ ਲੋਕ ਕਹਿ ਲਓ, ਉਹ ਕਹਿੰਦੇ ਜੀ ਤੁਸੀਂ ਤਾਂ 20,000 ਕਰੋੜ ਦੇਣਾ ਸੀ, ਸਮਝ ਗਏ, ਲੇਕਿਨ ਅਸੀਂ 6,000 ਕਰੋੜ ਤਾਂ ਦਿੱਤਾ। ਮੈਂ ਕੀ ਕਿਹਾ ਵੀ ਅਸੀਂ ਸ਼ੁਰੂਆਤ ਕੀਤੀ ਹੈ। there are certain things ਕਿ ਇੱਕੋ ਟਾਈਮ ਤੇ ਨਹੀਂ ਹੋ ਸਕਦਾ। ਤੁਸੀਂ ਇੱਕ ਘਰ ਬਣਾਉਣਾ ਹੈ ਆਪਦਾ, 3 ਸਾਲ ਲੱਗਦੇ ਨੇ, 4 ਸਾਲ। ਇੱਕ ਮਕਾਨ 3 ਕਮਰੇ ਦਾ ਬੈਡਰੂਮ ਬਣਾ ਕੇ ਪਲਾਟ ਲੈ ਕੇ ਰਜਿਸਟਰੀ ਕਰਾ ਕੇ 3 ਸਾਲ ਤੋਂ ਪਹਿਲਾਂ ਮੈਨੂੰ ਬਣਾ ਕੇ ਦਿਖਾ ਦਿਓ। ਜੇ ਕੋਈ ਜਲਦੀ 'ਚ ਬਣਾ ਲਏਗਾ ਤੇ ਉਹਦੀਆਂ ਇੱਟਾਂ ਡਿੱਗਦੀਆਂ ਫਿਰਨੀਆਂ ਜਾਂ ਚੋਂਦਾ ਰਹੇਗਾ। ਆਪਾਂ ਤਾਂ ਸਰਕਾਰ ਚਲਾ ਰਹੇ ਹਾਂ ਔਰ ਪੰਜਾਬ ਚਲਾ ਰਹੇ ਹਾਂ ਔਰ ਵਿਗੜੇ ਹੋਏ ਪੰਜਾਬ ਨੂੰ ਠੀਕ ਕਰ ਰਹੇ ਹਾਂ। The Punjab was totally derailed in every sphere, whether it was finances or it is drugs or it's youth or it's the political system or it's the corruption. Lekin look at the intention of the government. Look at the intention of the chief minister. ਅਸੀਂ ਕੋਈ ਹੀਲਾ ਵਸੀਲਾ ਪੂਰਾ ਕਰ ਰਹੇ ਹਾਂ ਕਿ ਅਸੀਂ ਹਰ ਕੰਮ 'ਚ ਪੂਰੇ ਲੱਥੀਏ, ਲੇਕਿਨ ਜੇ ਕੁਝ ਚੀਜ਼ਾਂ ਰਹਿ ਗਈਆਂ ਨੇ, ਵੀ ਆਰ ਕਮਿਟਡ ਟੂ ਦੀ ਪੀਪਲ ਆਫ ਪੰਜਾਬ ਐਂਡ ਵੀ ਵਿਲ ਡੂ ਦੈਟ। ਤੁਸੀਂ ਜਿਹੜੀ ਗੱਲ ਐਪਰੀਸ਼ੀਏਟ ਕਰਨ ਵਾਲੀ ਉਹ ਵੀ ਤਾਂ ਗੱਲ ਕਰੋ ਕਿ 500 ਰੁਪਏ ਤੋਂ ਸੀਗੀ ਜੀ ਤੁਹਾਡੀ ਪੈਨਸ਼ਨ, ਅੱਜ 1500 ਹੈ। ਟੁਡੇ ਇਟ ਇਜ਼ 1500। ਸ਼ਗਨ ਸਕੀਮ 21,000 ਤੋਂ 51,000 ਹੈ। ਐਸਸੀ ਵੈਲਫੇਅਰ ਜਿਹੜੇ ਲੋਨ ਵੇਵ ਕੀਤੇ ਆ ਜੀ, ਮੇਰੀ ਗੱਲ ਨਹੀਂ ਸਮਝ ਰਹੇ। ਮੈਂ ਕਹਿ ਰਿਹਾ ਜੁਲਾਈ 'ਚ ਕੀਤੀ। ਮੈਂ ਕਹਿ ਰਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣ ਜਾਣਗੇ ਤੇ ਕਿੱਲੇ ਘਰ ਚਲ ਜਾਣਗੇ। ਮੇਰੀ ਗੱਲ ਨਹੀਂ, ਦੇਖੋ ਆਪਾਂ ਉਹ ਗੱਲ ਕਰੀਏ। ਦੇਖੋ ਮੇਰੀ ਗੱਲ ਸੁਣੋ, let us not, we are talking about state of Punjab. Let us not be negative. Let us talk ਹਾਂਜੀ 올림픽 ਵੱਲ ਚਲੋ। 올림픽 ਦੀ ਗੱਲ ਸੁਣ ਲਓ ਜੀ ਕਿ ਟੁਡੇ ਵਿਦ ਅ ਗ੍ਰੇਟ ਪ੍ਰਾਈਡ ਆਈ ਐਮ ਸੇਇੰਗ ਕਿ ਪੰਜਾਬ ਇਜ਼ ਦਾ ਸੈਕੰਡ ਬਿਗੇਸਟ ਕੰਟਿੰਜੈਂਟ ਜਿਹੜਾ ਸਾਰੇ ਹਿੰਦੁਸਤਾਨ ਚੋਂ 20 ਪਲੇਅਰ ਸਾਡੇ ਇਸ ਵੇਲੇ ਟੋਕੀਓ ਬੈਠੇ ਨੇ ਐਂਡ ਆਈ ਐਮ ਐਕਸਪੈਕਟਿੰਗ minimum 2 to 3 ਮੈਡਲਸ ਜਿਹੜੇ ਸਾਡੇ ਬੰਦੇ ਗਏ ਨੇ ਉਹ ਲੈ ਕੇ ਆਉਣਗੇ। ਜਦੋਂ ਪੰਜਾਬ ਸਪੋਰਟਸ ਡਿਪਾਰਟਮੈਂਟ ਨੇ ਪਾਲਿਸੀ 2018 ਦੀ ਬਣਾਈ, ਉਹਦੇ ਵਿੱਚ ਅਸੀਂ ਬੱਚਿਆਂ ਦੇ ਵਾਸਤੇ ਕੈਸ਼ ਅਵਾਰਡ 25 ਲੱਖ ਰੁਪਏ ਤੋਂ ਵਧਾ ਕੇ 2.25 ਕਰੋੜ ਰੁਪਇਆ ਜਿਹੜਾ 올림픽 ਦਾ ਮੈਡਲ ਜਿੱਤ ਕੇ ਆਏਗਾ, ਪਲੱਸ ਏ ਜੌਬ ਕੋਈ ਵੀ ਪਰ ਪਰਸਨ। ਐਂਡ ਅਨਦਰ ਪੁਆਇੰਟ, ਪਹਿਲਾਂ ਜੇ ਤੁਸੀਂ ਹਾਕੀ ਦੀ ਟੀਮ ਨੇ 골ਡ ਮੈਡਲ ਜਿੱਤਿਆ ਜਾਂ ਸਿਲਵਰ ਜਿੱਤਿਆ ਤੇ ਉਹਨਾਂ ਨੂੰ 25 ਲੱਖ ਮਿਲਦਾ ਸੀ ਤੇ ਉਹ ਸਾਰਿਆਂ 'ਚ ਵੰਡਿਆ ਜਾਂਦਾ ਸੀ। ਨਾਓ ਇਟ ਆਈ ਵਿਲ ਬੀ ਗਿਵਿੰਗ ਇੰਡੀਵਿਜੂਅਲ। ਜੇ ਮੈਂ 2.25 ਕਰੋੜ ਰੁਪਇਆ ਕਿਹਾ ਤੇ ਜੇ 골ਡ ਮੈਡਲ ਲੈ ਕੇ ਆਉਣਗੇ, ਜੇ ਪੰਜਾਬ ਦੇ 7 ਪਲੇਅਰ ਨੇ ਤੇ 7 ਨੂੰ 2.25 ਕਰੋੜ ਰੁਪਏ ਈਚ। 3% ਅਸੀਂ ਜੌਬ ਕੋਟਾ ਹਰ ਇੱਕ ਡਿਪਾਰਟਮੈਂਟ 'ਚ ਫਿਕਸ ਕੀਤਾ ਹੈ, ਵਿੱਚ ਅਸੀਂ ਹੁਣ ਜਿਹੜੀਆਂ ਨੌਕਰੀਆਂ ਨਿਕਲਣੀਆਂ ਸਪੋਰਟਸ ਕੋਟੇ 'ਚ ਅਸੀਂ ਉਹਨਾਂ ਨੂੰ ਜੌਬ ਦਿਆਂਗੇ। 5 ਲੱਖ ਰੁਪਇਆ ਉਹਨਾਂ ਨੂੰ ਗੁੱਡ ਲੱਕ, ਉਹਨਾਂ ਦੀ ਟ੍ਰੇਨਿੰਗ ਵਾਸਤੇ, ਸ਼ੁਰੂਆਤ ਕਰਨ ਵਾਸਤੇ ਹਰ ਇੱਕ ਪਲੇਅਰ ਨੂੰ, ਇਹ 20 ਪਲੇਅਰਸ ਨੂੰ ਅਸੀਂ 5-5 ਲੱਖ ਰੁਪਇਆ ਉਹਨਾਂ ਦੇ ਇੱਕ ਮਹੀਨਾ ਜਾਣ ਤੋਂ ਪਹਿਲਾਂ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ, ਇੰਸਪੀਰੇਸ਼ਨ ਵਾਸਤੇ ਉਹ ਦਿੱਤਾ। 96 ਲੱਖ ਦਾ ਅਸੀਂ ਇਕੁਇਪਮੈਂਟ ਉਹਨਾਂ ਦੀ ਟ੍ਰੇਨਿੰਗ 'ਚ ਜਿਹੜਾ ਜ਼ਰੂਰੀ ਸੀਗਾ
ਇੰਟਰਨੈਸ਼ਨਲ ਲੈਵਲ ਦਾ ਉਹ ਉਹਨਾਂ ਨੂੰ ਪ੍ਰੋਵਾਈਡ ਕੀਤਾ ਸੀ। ਸੋ ਆਈ ਐਮ ਹੋਪਿੰਗ ਕਿ ਆਲਦੋ ਇਟ ਇਜ਼ ਅ ਵੈਰੀ sluggish kind of Olympics, क्योंकि स्पैक्टेटर्स नहीं गए गए। मैं आप जाना सीगा, आई कैंसल माई प्रोग्राम क्योंकि उतों के प्रोटोकॉल उतों का उन्होंने कहा भी देयर विल बी नो स्पैक्टेटर्स। मैं चाहता सी भी बच्चों के हौसले वास्ते उत्थे मैं जावां, लेकिन दैन लास्ट मोमेंट आई कैंसल माई प्रोग्राम। सो मैं एक्सपैक्ट करदा कि साडे बच्चे कोई ना कोई मैडल। देखो आई एम लुकिंग फॉर कमलप्रीत इन डिस्कस थ्रो, दैन आई एम लुकिंग फॉर हॉकी। ਅਸੀਂ ਉਹਦੇ 11 ਬੰਦੇ ਨੇ ਆਪਣੇ ਪੰਜਾਬ ਦੇ 11 ਦੋ ਲੜਕੀਆਂ ਵਿਮਨ ਟੀਮ 'ਚ। ਮੈਂ ਇੱਕ ਮੈਡਲ ਐਕਸਪੈਕਟ ਕਰਾਂ, ਸਾਡੀ ਪੈਰਾ ਦੀ ਇੱਕ ਬੈਡਮਿੰਟਨ ਪਲੇਅਰ ਹੈਗੀ ਕੋਹਲੀ, ਪਲਕ ਕੋਹਲੀ, ਉਹਦੇ ਕੋਲੋਂ ਐਕਸਪੈਕਟ ਕਰ ਰਹੇ। ਸੋ ਇਸ ਤਰ੍ਹਾਂ ਹੈ ਕੁਝ ਕਿ ਅਸੀਂ ਦੈਨ ਵੀ ਹੈਵ ਗॉट ਅ ਵੈਰੀ ਗੁੱਡ ਸ਼ਾਟ ਪੁੱਟਰ ਟੂਰ ਹੈਗਾ 50 ਕਿਲੋਮੀਟਰ ਵਾਕ, ਹਾਂਜੀ 50 ਕਿਲੋਮੀਟਰ ਵਾਕ, ਹਾਂ ਦੈਨ 50 ਕਿਲੋਮੀਟਰ ਜਿਹੜੀ ਵਾਕ ਹੈਗੀ ਹੈ। ਸੋ ਇਸ ਤਰ੍ਹਾਂ ਮੈਂ ਐਕਸਪੈਕਟ ਕਰਦਾ, ਬਾਕੀ ਤਾਂ ਯੂ ਹੈਵ ਟੂ ਬੀ ਲੱਕੀ ਔਨ ਦੈਟ।